ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਉ ਆਇਆ ਦੂਰੋਂ ਚਲ ਕੇ, ਮੈਂ ਤੱਕੀ ਤੋ ਸਰਣਾਏ ਜੀਓ। ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭ ਦੁੱਖ ਗਵਾਏ ਜੀਓ। ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਧੰਨ ਵਾਹਿਗੁਰੂ ਸਾਹਿਬ ਜੀਓ। ਸੂਹੀ ਸੋ ਦਿਨ ਆਜੋ ਦਿਨ ਆਵੈ, ਸੋ ਦਿਨ ਜਾਹੀ। ਕਰਨਾ ਕੂਚ ਰਹਿਨ ਥਿਰ ਨਾਹੀ, ਜੋ ਦਿਨ ਆਵੈ ਸੋ ਦਿਨ ਜਾਹੀ। ਕਰਨਾ ਕੂਚ ਰਹਿਨ ਥਿਰ ਨਾਹੀ, ਸੰਗ ਚਲਤ ਹੈ ਹਮ ਭੀ ਚਲਨਾ। ਦੂਰ ਗਵਨ ਸਿਰ ਉਪਰ ਮਰਨਾ, ਕਿਆ ਤੂ ਸੋਇਆ ਜਾਗ ਆਨਾ। ਤੈ ਜੀਵਨ ਜਗ ਸਚ ਕਰ ਜਾਨਾ। ਰਹਾਉ ਜਿਨ ਜਿਉ ਦਿਆ ਸੋ, ਰਿਜਕ ਅੰਬਰਾਵੈ। ਸਭ ਘਟ ਪੀਥਰ ਹਾਟ ਚਲਾਵੈ। ਕਰ ਬੰਦਗੀ ਛਾਡ ਮੈਂ ਮੇਰਾ, ਹਿਰਦੈ ਨਾਮ ਸਮਾਰ ਸਵੇਰਾ। ਜਨਮ ਸਿਰਾਨੋ ਪੰਥ ਨਾ ਸਮਾਰਾ, ਸਾਂਝ ਪਰੀ ਦਹਿ ਦਿਸ ਅੰਧਿਆਰਾ। ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ ਜੀ ਪਰਮ ਸਨਮਾਨ ਸਤਿਕਾਰਯੋਗ। ਗੁਰੂ ਨਾਨਕ ਨਾਮ ਲੇਵਾ, ਗੁਰੂ ਕੀ ਸਾਜੀ ਨਿਵਾਜੀ। ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ, ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸੰਭਾਲਣਾ ਕਰਦੇ ਹੋ। ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ, ਸੇਵਾ ਸਿਮਰਨ ਕਰ। ਸਤਿਗੁਰਾਂ ਦੇ ਦਰ ਨਤਮਸਤਕ ਹੋ, ਆਪਣਾ ਮਨੁੱਖਾ ਜੀਵਨ ਸਫਲਾ ਬਣਾਉਣ ਦਾ ਸਫਲ ਯਤਨ ਕਰਦੇ ਹੋ। ਕੋਟਾਨ ਕੋਟ ਧੰਨਵਾਦ ਚਵਰ ਛਤਰ ਤਖਤ ਦੇ ਮਾਲਿਕ, ਸਰਬ ਸਾਂਝੇ ਰਹਿਬਰ ਜਗਤ ਗੁਰੂ ਗਿਆਨ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਜਿਨ੍ਹਾਂ ਦੀ ਬੇਅੰਤ ਕਿਰਪਾ ਦਾ ਸਦਕਾ ਸਾਨੂੰ ਇਸ ਵਡਮੁੱਲੇ ਸਮੇਂ ਦੀ ਮਹਾਨ ਅਪਾਰ ਬਖਸ਼ਿਸ਼ ਹੋਈ। ਆਓ ਗੁਰੂ ਬਖਸ਼ਿਸ਼ਾਂ ਰਹਿਮਤਾਂ ਦਾ ਲਈਏ ਲਾਹਾ। ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ, ਗੁਰੂ ਸਾਹਿਬ ਤੋਂ ਆਗਿਆ ਲਈਏ ਗੁਰਮਤਿ ਵਿਚਾਰਾਂ ਆਰੰਭ ਕਰਨ ਦੀ। ਸੋ ਸੰਗਤ ਜੀ ਦੂਰ ਨੇੜ ਬੈਠੇ ਸਮੂਹ ਗੁਰੂ ਪਿਆਰ ਵਾਲੇ, ਗੁਰੂ ਚਰਨਾਂ ਦਾ ਧਿਆਨ ਧਰ ਕੇ ਦੋਨੋਂ ਹੱਥ ਜੋੜ ਪ੍ਰੇਮ ਸਹਿਤ ਗਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਅੱਜ ਦੀ ਜੋ ਗੁਰ ਸ਼ਬਦ ਵਿਚਾਰ ਹੈ, ਇਸ ਤੋਂ ਪਹਿਲਾਂ ਆਪ ਜੀ ਨੇ ਅੰਮ੍ਰਿਤਮਈ ਬਾਣੀ, ਨਿਤਨੇਮ, ਸ਼ਬਦ ਹਜ਼ਾਰੇ ਬਾਣੀ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਕੁਛ ਪਾਠ ਨੂੰ ਸਰਵਣ ਕੀਤਾ। ਉਪਰੰਤ ਗੁਰ ਇਤਿਹਾਸ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸ਼ਮੇਸ਼ ਪਿਤਾ, ਤਿਨਾਂ ਦੇ ਜੀਵਨ, ਤਿਨਾਂ ਦੇ ਕੀਤੇ ਹੋਏ ਪਰਉਪਕਾਰਾਂ ਦੀ ਵਿਚਾਰ ਸਰਵਣ ਕੀਤੀ। ਸੋ ਆਓ ਹੁਣ ਆਪਾਂ ਗੁਰ ਸ਼ਬਦ ਵਿਚਾਰ, ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦਾ ਹੀ ਹੁਕਮ ਹੈ, ਅੰਮ੍ਰਿਤ ਵੇਲੇ ਅੰਮ੍ਰਿਤਮਈ ਬਾਣੀ ਦੀ ਵਿਚਾਰ, ਜੋ ਅੰਮ੍ਰਿਤ ਵੇਲੇ ਸਤਿਗੁਰਾਂ ਦਾ ਪ੍ਰਕਾਸ਼ ਕਰਕੇ ਹੁਕਮ ਮਿਲੇ, ਉਸ ਦੀ ਵਿਚਾਰ ਜ਼ਰੂਰ ਗੁਰਸਿੱਖ ਕਰੇ। ਸੋ ਮੈਂ ਆਪਣਾ ਫਰਜ਼ ਨਿਭਾਉਂਦਾ ਹੋਇਆ ਗੁਰੂ ਦੇ ਉਹਨਾਂ ਬੋਲਾਂ ਨੂੰ ਯਾਦ ਕਰਕੇ ਰੋਜ਼ ਗੁਰਮਤਿ ਵਿਚਾਰ ਦੀ ਸਾਂਝ ਆਪ ਸਭ ਸੰਗਤਾਂ ਦੇ ਸਮਕਸ਼ ਰੱਖਦਾ ਹਾਂ। ਸੋ ਆਪ ਸਭ ਸੰਗਤਾਂ ਦਾ ਵੀ ਫਰਜ਼ ਬਣਦਾ ਹੈ ਵੀ ਆਪ ਜੀ ਇਹ ਗੁਰਮਤਿ ਵਿਚਾਰਾਂ ਨੂੰ ਸੁਣਿਆ ਕਰੋ। ਗੁਰ ਸ਼ਬਦ ਵਿਚਾਰ ਸੁਣਨ ਦੇ ਨਾਲ ਜੀਵਨ ਦਾ, ਰੂਹ ਦਾ, ਆਤਮਾ ਦਾ ਭਲਾ ਹੁੰਦਾ ਹੈ। ਤੇ ਸੰਗਤ ਜੀ, ਗੁਰਬਾਣੀ, ਗੁਰੂ ਸਾਹਿਬ ਨੇ ਇਹ ਕਹਿ ਦਿੱਤਾ, ਕਹਿਣ ਲੱਗੇ, ਇਹ ਬਾਣੀ ਗੁਰ ਸ਼ਬਦ ਸੁਣਨ ਦੇ ਨਾਲ ਦੁੱਖਾਂ ਪਾਪਾਂ ਦਾ ਨਾਸ ਹੁੰਦਾ ਹੈ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ, ਜੇ ਤੂੰ ਨਿਰੰਕਾਰ ਹੈ ਤੇ ਤੇਰਾ ਨਾਮ ਸੁਣਿਆ ਤੋ ਫਿਰ ਸੁਣਿਆ ਦੁਖ ਪਾਪ ਕਾ ਨਾਸ। ਜੇ ਤੇਰਾ ਨਾਮ ਸੁਣੀਏ, ਤੇਰੀ ਬਾਣੀ ਸੁਣੀਏ, ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਪੜ੍ਹਦੇ ਆ ਨਾ ਰੋਜ਼, ਦੁੱਖਾਂ ਪਾਪਾਂ
ਕਲੇਸ਼ਾਂ ਵਿਘਨਾਂ ਦਾ ਨਾਸ ਹੋ ਜਾਂਦਾ ਹੈ ਤੇਰੀ ਬਾਣੀ ਸੁਣਨ ਦੇ ਨਾਲ ਸੱਚੇ ਪਾਤਸ਼ਾਹ। ਤੇਰੀ ਬੇਅੰਤ ਮਹਿਮਾ ਇਹ ਬਾਣੀ ਰੋਗੀਆਂ ਦੇ ਰੋਗ ਖੰਡਦੀ ਹੈ। ਆਪ ਜੀ ਦੀ ਬਾਣੀ ਨੇ ਪ੍ਰੇਮੇ ਕੋੜੀ ਦਾ ਕੋੜ ਦੂਰ ਕੀਤਾ। ਪਾਤਸ਼ਾਹ, ਜੇ ਕੋਈ ਮਾਨਸਿਕ ਤੌਰ 'ਤੇ ਦੁਖੀ ਸੀ ਉਹਨੂੰ ਵੀ ਤੁਸੀਂ ਸੁਖੀ ਕਰ ਦਿੱਤਾ। ਉਹ ਮਾਨਸਿਕ ਦੁਖੀਆਂ ਦੇ ਨਾਮ ਆਪ ਜੀ ਦੇ ਇਤਿਹਾਸ ਵਿੱਚ ਦਰਜ ਕੀਤੇ ਗਏ। ਕੌਡਾ ਰਾਖਸ਼, ਸੱਜਣ ਠੱਗ, ਭੂਮੀਆਂ ਚੋਰ, ਪਾਤਸ਼ਾਹ ਬਲੀ ਕੰਧਾਰੀ, ਮਲਕ ਭਾਗੋ, ਹੋਰ ਬਹੁਤ ਸਾਰੇ ਜਿਵੇਂ ਆਤਮਿਕ ਰੋਗੀ ਹੋਏ ਸਿੱਧ, ਜਿਨ੍ਹਾਂ ਨੇ ਆਪ ਜੀ ਦੇ ਨਾਲ ਗੋਸ਼ਟੀ ਕੀਤੀ, ਵਿਚਾਰ ਕੀਤੀ। ਵਿਚਾਰ ਕਰਨਾ ਗੱਲ ਹੋਰ ਹੈ, ਵਿਚਾਰ ਨੂੰ ਤਕਰਾਰ ਵਿੱਚ ਲੈ ਜਾਣਾ ਇਹ ਗੱਲ ਹੋਰ ਹੈ। ਵਿਚਾਰ ਹੋਣੀ ਜ਼ਰੂਰੀ ਹੈ। ਤਕਰਾਰ ਬਣ ਜਾਏ ਵਿਚਾਰ ਜਦੋਂ, ਉਦੋਂ ਫਿਰ ਵਿਚਾਰ ਨਹੀਂ ਰਹਿੰਦੀ। ਤੇ ਆਪ ਜੀ ਨੇ ਉਹਨਾਂ ਨਾਲ ਵਿਚਾਰ ਕਰਕੇ ਪਾਤਸ਼ਾਹ ਉਹਨਾਂ ਨੂੰ ਸਿੱਧੇ ਰਾਹੇ ਪਾ ਦਿੱਤਾ। ਆਪ ਜੀ ਨੂੰ ਉਹ ਚਾਹੁੰਦੇ ਸੀ ਹਰਾਉਣਾ, ਵੀ ਨਾਨਕ ਤਪੇ ਦਾ ਨਾਮ ਪੂਰੇ ਜਗਤ ਵਿੱਚ ਬੜਾ ਮਸ਼ਹੂਰ ਹੈ, ਦੁਨੀਆ ਸਿਜਦਾ ਕਰਦੀ ਹੈ, ਇਹਨਾਂ ਦੇ ਦਰਸ਼ਨਾਂ ਦੀ ਤਾਂਘ ਰੱਖਦੀ ਹੈ, ਪਰ ਨਾਨਕ ਤਪੇ ਨੂੰ ਅਸੀਂ ਹਰਾ ਦਿਆਂਗੇ। ਉਹਨਾਂ ਨੇ ਵੱਖੋ ਵੱਖਰੇ ਰੂਪ ਧਾਰਨ ਕੀਤੇ, ਡਰਾਉਣਾ ਚਾਹਿਆ, ਪਰ ਜਿੰਨੇ ਗੁਰੂ ਨਾਨਕ ਦੇ ਨਾਲ ਜੁੜੀ ਹੋਈ ਸੰਗਤ ਉੱਥੇ ਇਹ ਸਭ ਕੁਝ ਵੇਖ ਰਹੀ ਸੀ, ਉਹ ਸਾਰੇ ਅਡੋਲ ਬੈਠੇ ਰਹੇ। ਸਿੱਧਾਂ ਨੇ ਇੱਥੋਂ ਤੱਕ ਆਪਣੀਆਂ ਸ਼ਕਤੀਆਂ ਨਾਲ ਕੀਤਾ, ਉੱਡਣ ਵਾਲੇ ਸੱਪ ਬਣੇ। ਇੱਥੋਂ ਤੱਕ ਆਪਣੇ ਪ੍ਰਦਰਸ਼ਨ ਕੀਤੇ, ਸ਼ਕਤੀਆਂ ਦੇ ਸ਼ੇਰ ਰੂਪ ਧਾਰਨ ਕੀਤਾ ਕਿ ਵੇਖਣ ਵਾਲੇ ਡਰਨਗੇ। ਨਾਨਕ ਤਪਾ ਡਰੇਗਾ, ਇਹਦੇ ਨਾਲ ਦੇ ਇਹਦੇ ਸਾਥੀ ਡਰਨਗੇ। ਪਰ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਲਿਖ ਕੇ ਦੇ ਦਿੱਤਾ, ਨਿਰਭਉ ਜਪੈ ਸਾਗਲ ਭਉ ਮਿਟੈ। ਜਦੋਂ ਨਿਰਭਉ ਨੂੰ ਜਪਣਾ ਤੇ ਫਿਰ ਭਉ ਕਾਹਦਾ, ਡਰ ਕਾਹਦਾ, ਡਰ ਨਹੀਂ ਲੱਗੇਗਾ। ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ। ਡਰ ਉਹਨੂੰ ਲੱਗਦਾ ਹੈ ਜੋ ਆਤਮਿਕ ਰੋਗੀ ਹੈ, ਜਿਹਦੀ ਆਤਮਾ ਨੂੰ ਖੁਰਾਕ ਮਿਲਦੀ ਹੈ ਨਾਮ ਬਾਣੀ ਦੀ, ਉਹ ਕਿਸੇ ਤਰ੍ਹਾਂ ਦੇ ਡਰ ਵਿੱਚ ਨਹੀਂ ਰਹਿੰਦਾ। ਇਹ ਵੀ ਗੁਰੂ ਸਾਹਿਬ ਨੇ ਆਪਣੇ ਜੀਵਨ ਵਿੱਚ 10ਵੇਂ ਜਾਮੇ ਵਿੱਚ ਆ ਕੇ ਦੱਸ ਦਿੱਤਾ। ਜਿਨ੍ਹਾਂ ਨੂੰ ਨਾਮ ਦੀ ਖੁਰਾਕ ਮਿਲਦੀ ਹੈ, ਭਾਵੇਂ ਭੋਜਨ ਦੀ ਖੁਰਾਕ ਨਾ ਵੀ ਮਿਲੇ ਤਾਂ ਵੀ ਉਹ ਨਾਮ ਦੀ ਖੁਰਾਕ ਨਾਲ 1.25 ਲੱਖ ਸੇ ਏਕ ਲੜਾਊਂ, 1.25 ਲੱਖ ਨਾਲ ਲੜ ਗਏ। ਬੜੀ ਉਸ ਪਰਮਾਤਮਾ ਦੀ, ਗੁਰੂ ਦੀ ਰਹਿਮਤ ਆਪਣੇ ਪਿਆਰਿਆਂ 'ਤੇ ਹੋਈ ਰਹਿੰਦੀ ਹੈ। ਸੁਆਓ ਸੰਗਤ ਜੀ, ਅੱਜ ਦੇ ਪਾਵਨ ਅੰਗ 793 94 ਅੰਗ 'ਤੇ ਪਾਵਨ ਰਾਗ ਸੂਹੀ ਰਾਗ ਦੇ ਵਿੱਚ ਪਾਵਨ ਬਾਣੀ ਦੇ ਸ਼ਬਦ ਨੂੰ ਉਚਾਰਨ ਕੀਤਾ ਹੈ ਸ਼੍ਰੋਮਣੀ ਭਗਤ ਰਵਿਦਾਸ ਜੀਆਂ ਨੇ। ਤੇ ਇਸ ਸ਼ਬਦ ਦੇ ਦੁਆਰਾ ਭਗਤ ਜੀ ਸਮਝਾਉਂਦੇ ਨੇ, ਭਾਈ ਜੋ ਇਹ ਸੰਸਾਰ ਵਿੱਚ ਅਸੀਂ ਉਸ ਪਰਮਾਤਮਾ ਨੂੰ ਤੇ ਆਪਣੇ ਉਸ ਦਿਨ ਨੂੰ ਭੁਲਾਇਆ ਹੋਇਆ, ਉਸ ਨੂੰ ਚੇਤੇ ਰੱਖਣਾ ਜ਼ਰੂਰੀ ਹੈ। ਉਹ ਦਿਨ ਕਿਹੜਾ ਹੈ? ਜੋ ਦਿਨ ਸਾਨੂੰ ਚੇਤੇ ਰੱਖਣਾ ਚਾਹੀਦਾ ਹੈ। ਅਸੀਂ ਕਿਸੇ ਪਾਸਿਓਂ ਕੋਈ ਧਨ ਲਾਭ ਹੋਣਾ ਹੋਵੇ, ਉਹ ਦਿਨ ਚੇਤੇ ਰੱਖਦੇ ਹਾਂ ਵੀ ਫਲਾਣੇ ਬੰਦੇ ਨੂੰ ਉਧਾਰ ਦਿੱਤਾ ਸੀ, ਸ਼ਾਇਦ ਉਹਨੇ ਆਹ ਤਰੀਕ ਮਿਥੀ ਸੀ ਵੀ ਇੰਨੀ ਤਰੀਕ ਨੂੰ ਮੈਂ ਤੇਰਾ ਧਨ ਉਧਾਰ ਹੈ ਜੋ ਵਿਆਜ ਸਮੇਤ ਵਾਪਸ ਕਰਾਂ। ਉਹ ਦਿਨ ਯਾਦ ਰਹਿੰਦਾ ਵੀ ਇਤਨੀ ਤਰੀਕ ਤੱਕ ਫਸਲ ਪੱਕ ਜਾਣੀ ਹੈ, ਇਤਨੀ ਤਰੀਕ ਤੱਕ ਇਹ ਸਾਨੂੰ ਮੁਨਾਫਾ ਹੋਣਾ ਹੈ। ਘਾਟੇ ਦੀ ਤਰੀਕ ਕਿਸੇ ਨੂੰ ਯਾਦ ਨਹੀਂ ਹੁੰਦੀ ਵੀ ਇਸ ਤਰੀਕ 'ਤੇ ਕੋਈ ਘਾਟਾ ਵੀ ਪੈਣਾ ਹੈ, ਕਿਉਂਕਿ ਉਸ ਘਾਟੇ ਵਾਲੀ ਤਰੀਕ ਕਿਸੇ ਨੂੰ ਕਿਸੇ ਕੋਲ ਲਿਖੀ ਹੋਈ ਨਹੀਂ। ਵਾਧੇ ਦੀਆਂ ਤਰੀਕਾਂ ਸਭ ਕੋਲੇ ਲਿਖੀਆਂ ਹੋਈਆਂ ਨੇ, ਇਹ ਗੱਲ ਨੋਟ ਕਰਿਓ। ਵਾਧੇ ਦੀ ਤਰੀਕ ਪਤਾ ਵੀ ਇੰਨੀ ਤਰੀਕ ਤੱਕ ਫਸਲ ਵੱਢਾਂਗੇ, ਵਾਧਾ ਹੈ। ਤੇ ਸੰਗਤ ਜੀ, ਘਾਟਾ ਕਦੋਂ ਪੈਣਾ ਇਹ ਤਰੀਕ ਕਿਸੇ ਕੋਲ ਨਹੀਂ ਲਿਖੀ। ਤੇ ਭਗਤ ਰਵਿਦਾਸ ਜੀ ਇਹੀ ਯਾਦ ਕਰਾਉਂਦੇ ਨੇ। ਸੂਹੀ ਰਾਗ ਹੈ, ਬਾਣੀ ਰਵਿਦਾਸ ਦੀ ਹੈ। ਤੇ ਕੀ ਕਹਿੰਦੇ ਨੇ, ਜੋ ਦਿਨ ਆਵੈ ਸੋ ਦਿਨ ਜਾਹੀ। ਅਜੀਬ
ਇਸ ਜਗਤ ਵਿੱਚ ਰਹਿਣਾ ਹੈ। ਬੜੀ ਠਾਠ ਬਾਠ ਦਾ ਜੀਵਨ ਹੈ, ਬੜੇ ਆਨੰਦ, ਬੜੇ ਉਸ ਪਰਮਾਤਮਾ ਦੇ ਦਿੱਤੇ ਹੋਏ ਪਦਾਰਥਾਂ ਦੇ ਨਾਲ ਜੁੜ ਕੇ ਆਪਣੇ ਜੀਵਨ ਦਾ ਸਮਾਂ ਬਿਤਾ ਰਹੇ ਹੈ। ਅਸਲ ਦੇ ਵਿੱਚ ਜੋ ਦਿਨ ਚੜ੍ਹ ਗਿਆ ਨਾ, ਉਹ ਦਿਨ ਸਮਝ ਲੈ ਛਿਪ ਗਿਆ। ਦਿਨ ਚੜ੍ਹਿਆ ਤੇ ਛਿਪੇਗਾ, ਤੇ ਇਸ ਤਰ੍ਹਾਂ ਸਮਝ ਲੈ, ਜਾਣ ਲੈ ਵੀ ਤੇਰੇ ਜੀਵਨ ਦਾ ਇੱਕ ਦਿਨ ਹੋਰ ਘਟ ਗਿਆ। ਜੋ ਦਿਨ ਆਵੈ ਸੋ ਦਿਨ ਜਾਹੀ। ਗੁਰੂ ਸਾਹਿਬ ਕਹਿੰਦੇ ਨੇ, ਜੋ ਦਿਨ ਤੇਰੇ ਜੀਵਨ ਵਿੱਚ ਚੜ੍ਹ ਗਿਆ, ਸੂਰਜ ਨਿਕਲ ਆਇਆ, ਰਾਤ ਲੰਘ ਗਈ, ਉਹ ਸਮਝ ਲੈ ਤੇਰੇ ਜੀਵਨ ਦਾ ਸਮਾਂ ਘਟ ਗਿਆ। ਇਹ ਨਾ ਸੋਚ ਵੀ ਅੱਜ ਦਾ ਦਿਨ ਵਧੀਆ ਲੰਘ ਗਿਆ। ਭਾਵੇਂ ਦਿਨ ਵਧੀਆ ਲੰਘ ਗਿਆ, ਕੋਈ ਤੇਰਾ ਨੁਕਸਾਨ ਨਹੀਂ ਹੋਇਆ, ਤੈਨੂੰ ਫਾਇਦਾ ਹੋਇਆ ਉਸ ਦਿਨ ਦੇ ਵਿੱਚ, ਪਰ ਅਸਲ ਤੇਰੇ ਜੀਵਨ ਦੇ ਵਿੱਚੋਂ ਇੱਕ ਦਿਨ ਘਟ ਗਿਆ। ਜਿਵੇਂ ਭਗਤ ਕਬੀਰ ਜੀ ਨੇ ਕਿਹਾ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੈ ਤਨ ਛੀਜੈ। ਕਹਿੰਦੇ ਦਿਨ, ਫਿਰ ਦਿਨ ਦੇ ਵਿੱਚੋਂ ਇੱਕ ਪਹਿਰ ਘਟਦਾ, ਪਹਿਰ ਦੇ ਵਿੱਚੋਂ ਫਿਰ ਘੜੀਆਂ ਕਰਕੇ, ਪਲ ਕਰਕੇ, ਨਿਮਕ ਚੱਸਾ ਕਰਕੇ ਹੌਲੀ ਹੌਲੀ ਤੇਰੇ ਜੀਵਨ ਦਾ ਸਮਾਂ ਜਿਹੜਾ ਘਟਦਾ ਜਾ ਰਿਹਾ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਫਿਰ ਹੈ ਕਿ ਆਪ ਘਟੈ, ਆਪ ਉਮਰ ਘਟਦੀ ਹੈ। ਤਨ ਛੀਜੈ, ਤਨ ਛੀਜੈ ਭਾਵ ਤਨ ਕਮਜ਼ੋਰ, ਲਿੱਸਾ ਹੁੰਦਾ ਜਾ ਰਿਹਾ। ਕਦੇ ਇਸ ਤਨ ਦੇ ਵਿੱਚ ਦੰਦ ਸੀ ਜੋ ਖਰੋਟ ਭੰਨ ਦਿੰਦੇ ਸੀ, ਕਰੜੀ ਤੋਂ ਕਰੜੀ ਚੀਜ਼ ਨੂੰ ਭੰਨ ਕੇ ਖਾ ਜਾਂਦੇ ਸੀ, ਪਰ ਅੱਜ ਇਹ ਦੰਦ ਇੰਨੇ ਕਮਜ਼ੋਰ ਹੋ ਗਏ ਨੇ ਕਿ ਹੌਲੀ ਹੌਲੀ ਇਹ ਬਾਹਰ ਨਿਕਲ ਗਏ। ਤੈਨੂੰ ਹੁਣ ਰੋਟੀ ਵੀ ਪੋਲੀ ਕਰਕੇ ਖਾਣੀ ਪੈਂਦੀ ਹੈ, ਕਰੜੀ ਚੀਜ਼ ਨਹੀਂ ਖਾ ਸਕਦਾ। ਇਹ ਜਵਾਨੀ ਵੇਲੇ ਦੰਦ ਸੀ, ਇਹਨਾਂ ਵਿੱਚ ਤਾਕਤ ਸੀ, ਤੇ ਅੱਜ ਇਹ ਕਮਜ਼ੋਰ ਹੋ ਗਏ। ਇਹ ਹੱਥਾਂ ਵਿੱਚ ਤਾਕਤ ਸੀ, ਤੇ ਅੱਜ ਇਹ ਹੱਥਾਂ ਵਿੱਚ ਤਾਕਤ ਨਾ ਰਹੀ। ਇਹ ਨੈਣਾਂ ਵਿੱਚ ਤਾਕਤ ਸੀ, ਦੂਰ ਤੱਕ ਵੇਖ ਲੈਂਦੇ ਸੀ, ਪਰ ਅੱਜ ਇਹ ਨੈਣ ਵੀ, ਅੱਖਾਂ ਵੀ ਕਮਜ਼ੋਰ ਹੋ ਗਈਆਂ। ਫਰੀਦ ਸਾਹਿਬ ਨੇ ਕਿਹਾ ਨਾ, ਬੁੱਢਾ ਹੋਆ ਸੇਖ ਫਰੀਦ, ਕੰਬਣ ਲੱਗੀ ਦੇ। ਜਦੋਂ ਬੁਢੇਪਾ ਆ ਜਾਏ, ਉਦੋਂ ਇਹ ਸਰੀਰ ਦੇ ਕੰਬਣ ਲੱਗ ਜਾਂਦੀ ਹੈ। ਫਿਰ ਇਹ ਵੀ ਕਿਹਾ, ਜੇ 100 ਵਰਿਆ ਜੀਵਨ ਭੀ ਤਨ ਹੋਸੀ ਖੇ। ਜੇ 100 ਵਰੇ ਵੀ ਜਿਉਂ ਲਿਆ ਨਾ, ਇੱਕ ਸਦੀ ਜਿਉਂ ਲਿਆ, ਤਾਂ ਵੀ ਐਂ ਕਹਿ ਵੀ ਇਹ ਤਨ ਖੇ ਹੋ ਜਾਣਾ, ਮਿੱਟੀ ਹੋ ਜਾਣਾ ਹੈ। ਇੱਕ ਦਿਨ ਇਸ ਤਨ ਦੀ ਬੁਨਿਆਦ ਹੈ ਜਿਹੜੀ ਖਤਮ ਹੋ ਜਾਣੀ ਹੈ। ਸਦਾ ਰਹਿਣ ਵਾਸਤੇ ਨਹੀਂ। ਹਾੜ ਨਾ ਮਾਸ ਨਾੜੀ ਕੋ ਪਿੰਜਰ। ਇਹ ਨਾੜੀਆਂ ਦਾ, ਹੱਡੀਆਂ ਦਾ ਬਣਾਇਆ ਪਿੰਜਰ, ਮਾਸ ਦਾ ਉੱਪਰ ਕੱਪੜਾ ਚੜ੍ਹਿਆ ਹੋਇਆ ਹੈ। ਇਸ ਪਿੰਜਰ ਦੇ ਵਿੱਚ ਕੀ ਹੈ? ਮਿੱਝ, ਖੂਨ ਇਤਿਆਦਿਕ, ਹੋਰ ਕੀ ਹੈ? ਖਾਣਾ ਇਹ, ਕੁਝ ਖਾਧੇ ਦਾ ਖੂਨ ਬਣ ਜਾਂਦਾ, ਸਰੀਰ ਚੱਲਦਾ ਰਹਿੰਦਾ, ਕੁਝ ਖਾਧੇ ਦੀ ਵਿਸ਼ਟਾ ਗੰਦਗੀ ਬਣ ਜਾਂਦੀ ਹੈ, ਮਲ ਮੂਤਰ ਬਣ ਜਾਂਦਾ, ਹੋਰ ਕੀ ਹੈ? ਇਸੇ ਤਰ੍ਹਾਂ ਤੇਰੇ ਸਰੀਰ ਨੂੰ ਹੌਲੀ ਹੌਲੀ ਉਮਰ ਦੇ ਤਕਾਜ਼ੇ ਨੇ ਕਮਜ਼ੋਰ ਕਰ ਦੇਣਾ। ਆਪਾਂ ਕਹਿੰਦੇ ਹਾਂ ਵੱਧਦੀ ਉਮਰ, ਪਰ ਅਸਲ ਭਗਤ ਤੇ ਗੁਰਬਾਣੀ ਇਹ ਕਹਿੰਦੀ ਹੈ ਵੀ ਉਮਰ ਨਹੀਂ ਵੱਧਦੀ, ਉਮਰ ਤੇਰੀ ਘਟਦੀ ਹੈ। ਉਹਦੇ ਜਿੱਦੇ ਤੇਰਾ ਜਨਮ ਹੋਇਆ, ਉਹਦੇ ਤੇਰੇ ਜੀਵਨ ਦੇ ਵਿੱਚੋਂ ਦਿਨ ਘਟਣੇ ਸ਼ੁਰੂ ਹੋ ਗਏ, ਸਮਾਂ ਘਟਣਾ ਸ਼ੁਰੂ ਹੋ ਗਿਆ। ਇੱਕ ਦਿਨ ਤੂੰ ਉਸ ਥਾਂ 'ਤੇ ਆ ਗਿਆ ਜਿਸ ਦਿਨ ਜੀਵਨ ਦਾ ਅੰਤ ਹੋਣਾ ਹੈ। ਭਗਤ ਜੀ ਕਹਿੰਦੇ, ਜੋ ਦਿਨ ਆਵੈ, ਜੋ ਦਿਨ ਤੇਰੇ ਜੀਵਨ ਵਿੱਚ ਆ ਗਿਆ, ਸੋ ਦਿਨ ਜਾਹੀ। ਇਹ ਗੱਲ ਆਪਣੀ ਨਹੀਂ, ਸਾਰੇ ਬ੍ਰਹਿਮੰਡ ਦੀ ਹੈ, 84 ਲੱਖ ਜੂਨ ਦੀ ਹੈ। ਪਸ਼ੂ ਪੰਛੀਆਂ 'ਤੇ ਵੀ ਇਹ ਨੇਮ ਲਾਗੂ ਹੈ, ਉਹਨਾਂ 'ਤੇ ਵੀ ਬੁਢੇਪਾ ਆਉਂਦਾ ਹੈ, ਅਤੇ ਅਸੀਂ ਵੀ ਬੁਢੇਪੇ ਵੱਲ ਹੌਲੀ ਹੌਲੀ ਖਿਸਕਦੇ ਜਾ ਰਹੇ ਹਾਂ। ਅਤੇ ਇੱਕ ਦਿਨ ਉਹ ਮੌਤ ਦੇ ਖੂਹ ਵਿੱਚ ਜਾ ਡਿੱਗਣਾ ਹੈ। ਅਤੇ ਜੰਮ ਜਗਾਤੀ ਲੁੱਟਣ ਵਾਸਤੇ ਤੇਰੇ ਮਗਰ ਨੇ। ਉਹਨਾਂ ਨੇ ਇੱਕ ਦਿਨ
ਕੁਛ ਨਹੀਂ ਵੇਖਣਾ, ਉਹਨਾਂ ਨੇ ਇੱਕ ਦਿਨ ਲੁੱਟ ਲੈਣਾ। ਕਈਆਂ ਨੂੰ ਇਹ ਜਵਾਨੀ ਵਿੱਚ ਲੁੱਟ ਜਾਂਦੇ ਆ, ਕਈਆਂ ਨੂੰ ਬਚਪਨ ਵਿੱਚ ਲੁੱਟ ਜਾਂਦੇ ਆ। ਇਹ ਜੰਮ ਜਿਨ੍ਹਾਂ ਨੂੰ ਉਸ ਪਰਮਾਤਮਾ ਨੇ, ਧਰਮ ਰਾਜ ਨੇ ਤੇਰੇ ਪਿੱਛੇ ਲਾਇਆ ਹੋਇਆ। ਕਿਸੇ ਨੂੰ ਮਾਂ ਗਰਭ ਵਿੱਚ ਵੀ ਲੁੱਟ ਲੈਂਦੇ ਆ, ਉੱਥੇ ਵੀ ਹਰਨ ਕਰ ਲੈਂਦੇ ਆ, ਸਵਾਸ ਕੱਢ ਲੈਂਦੇ ਆ। ਕਈ ਵਾਰ ਵੇਖਦੇ ਆ ਨਾ, ਡਾਕਟਰ ਇੱਥੇ ਤੱਕ ਆਖ ਦਿੰਦੇ ਆ ਵੀ ਦੋਨਾਂ 'ਚੋਂ ਇੱਕ ਜਿਉਂਦਾ ਰਹੂ, ਜਾਂ ਮਾਂ ਜਾਂ ਬੱਚਾ। ਹੁਣ ਦੇਖੋ ਕਿਹਨੂੰ ਬਚਾਉਣਾ। ਅਤੇ ਆਪਾਂ ਉੱਥੇ ਫੈਸਲਾ ਕੀ ਲੈਂਦੇ ਹਾਂ? ਲਗਭਗ ਫੈਸਲਾ ਇਹ ਹੁੰਦਾ ਵੀ ਮਾਂ ਜਿਉਂਦੀ ਰਹਿਣੀ ਚਾਹੀਦੀ ਹੈ। ਡਾਕਟਰ ਸਾਹਿਬ, ਜੇ ਮਾਂ ਜਿਉਂਦੀ ਹੈ ਤਾਂ ਬੱਚਾ ਹੋਰ ਹੋ ਸਕਦਾ ਹੈ। ਸੰਗਤ ਜੀ, ਫਿਰ ਉੱਥੇ ਕਿਹਨੇ ਉਹਨੂੰ ਲੁੱਟ ਲਿਆ? ਜਮਾਂ ਨੇ ਮਾਂ ਗਰਭ ਤੋਂ ਬਾਹਰ ਆਉਂਦਿਆਂ ਹੀ ਲੁੱਟ ਲਿਆ। ਕਈ ਵਾਰ ਥੋੜ੍ਹਾ ਖੇਲਣ ਕੁੱਦਣ ਦਾ ਸਮਾਂ ਆਇਆ, ਫੇਰ ਲੁੱਟ ਲੈਂਦਾ ਹੈ। ਕਈ ਵਾਰ ਚੜ੍ਹਦੀ ਜਵਾਨੀ ਵਿੱਚ ਲੁੱਟ ਕੇ ਲੈ ਜਾਂਦਾ ਹੈ। ਜਿੰਦ ਨੇ ਬਾਣੀ ਕੱਢੀ ਹੈ, ਹੱਡਾਂ ਕੁਕੜਕਾਏ ਫਿਰ ਮਾਣ ਹੰਕਾਰ। ਕਿਹੜੀ ਗੱਲ ਦਾ? ਜਦੋਂ ਇੱਕ ਦਿਨ ਜੀਵਨ ਦਾ ਅੰਤ ਹੋ ਜਾਣਾ, ਉਹਦੇ ਅੱਗੇ ਜ਼ੋਰ ਨਹੀਂ ਚੱਲਣਾ। ਜਿਸ ਅੱਗੇ ਜ਼ੋਰ ਨਾ ਚੱਲਈ ਤਿਸ ਆਗੇ ਕੀਚੈ ਅਰਦਾਸ। ਉਹਦੇ ਅੱਗੇ ਅਰਦਾਸ ਕਰਿਆ ਕਰ, ਉਹਦੇ ਦਰ 'ਤੇ ਜ਼ੋਰ ਨਹੀਂ ਚੱਲਣਾ। ਇਸ ਕਰਕੇ ਬੰਦਿਆ, ਮੇਰੀ ਮੇਰੀ ਨੂੰ ਛੱਡ ਕੇ ਤੇਰੀ ਤੇਰੀ ਦੀ ਧੁਨ ਆਲਾਪ। ਤੇਰਾ 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 ਕਰਿਆ ਕਰ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਮੋਦੀ ਖਾਨਾ ਸੰਭਾਲਿਆ ਨਾ, ਤੇ ਸਾਰਿਆਂ ਨੂੰ ਜਦੋਂ ਮੋਦੀ ਖਾਨੇ ਦੇ ਵਿੱਚੋਂ ਰਸਤ ਪਾਉਂਦੇ ਨੇ, ਭਾਂਡਾ ਭਰ ਕੇ ਬਸ ਤੇਰਾ ਕਹਿੰਦੇ ਨੇ। ਤੇਰਾ 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 ਭਾਵ ਹੇ ਦਾਤਾਰ ਪਾਤਸ਼ਾਹ ਤੇਰਾ। ਆਪਾਂ ਕਹਿੰਦੇ ਹਾਂ ਤੇਰਾ ਤੇਰਾ ਨਹੀਂ, ਤੇਰਾ ਤੇਰਾ। ਤੇਰਾ ਤੇਰਾ ਕਰਕੇ ਤੋਲਿਆ ਤੇ ਕਦੇ ਉਸ ਮੋਦੀ ਖਾਨੇ ਵਿੱਚ ਘਾਟਾ ਨਹੀਂ ਪਿਆ। ਤੇ ਜੇ ਅਸੀਂ ਵੀ ਜੀਵਨ ਦੇ ਵਿੱਚ ਤੇਰਾ ਤੇਰਾ ਕਰਦੇ ਰਹੀਏ, ਕਦੇ ਘਾਟਾ ਨਹੀਂ ਪਏਗਾ, ਮੁਨਾਫਾ ਹੀ ਹੋਏਗਾ, ਵਾਧਾ ਹੀ ਹੋਏਗਾ। ਕਿਉਂ? ਤੇਰਾ ਇਹ ਦਾਤਾਰ ਪਾਤਸ਼ਾਹ ਤੇਰਾ, ਸਭ ਕੁਝ ਤੇਰਾ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਣਾਈ ਜੀਓ। ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਈ ਜੀਓ। ਪਾਤਸ਼ਾਹ, ਮੈਂ ਤੇ ਦੂਰ ਦਾ ਮੁਸਾਫਰ ਹਾਂ, ਤੇ ਮੁਸਾਫਰੀ ਕਰਦਿਆਂ ਇਹ ਮਨੁੱਖਾ ਦੇਹੀ ਮਿਲ ਗਈ। ਤੇਰਾ ਸ਼ੁਕਰ ਹੈ, ਧੰਨਵਾਦ ਹੈ ਤੇਰਾ। ਇਹ ਮਨੁੱਖਾ ਦੇਹੀ ਮਿਲੀ ਹੈ, ਤੇ ਹੁਣ ਇਸ ਮਨੁੱਖਾ ਦੇਹੀ ਮਿਲਣ ਤੋਂ ਬਾਅਦ ਕਿਰਪਾ ਕਰਕੇ ਹੁਣ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਪਾਤਸ਼ਾਹ, ਮੈਂ ਗੁਣ ਗਾਵਾਂ, ਫਿਰ ਗੁਣ ਗਾਉਣ ਤੋਂ ਬਾਅਦ ਖੇਡ ਬਣ ਜਾਏ। ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਤਾਂ ਜੁੜੀਏ ਉਸੇ ਸ਼ਬਦ ਦੇ ਨਾਲ, ਜੋ ਦਿਨ ਆਵੈ ਸੋ ਦਿਨ ਜਾਹੀ। ਕਰਨਾ ਕੂਚ ਰਹਿਨ ਥਿਰ ਨਾਹੀ। ਕੂਚ ਭਾਵੇਂ ਸੰਸਾਰ ਵਿੱਚੋਂ ਤੂੰ ਚਲੇ ਜਾਣਾ, ਨਹੀਂ ਰਹਿਣਾ। ਇੱਥੇ ਭਗਤਾਂ ਨੇ ਕਿਹਾ, ਗੁਰੂਆਂ ਨੇ ਕਿਹਾ, ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ। ਬਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਇੱਕ ਦਿਨ ਜਾਏਗਾ, ਕਿਤਨਾ ਕੁ ਚਿਰ ਮੇਰੀ ਮੇਰੀ ਕਰੇਗਾ। ਕਿੰਨਾ ਚਿਰ ਇੱਥੇ ਸਭ ਕੁਝ ਮੱਲ ਕੇ ਬੈਠੇਗਾ। ਘਰ ਮੇਰਾ, ਪਰਿਵਾਰ ਮੇਰਾ, ਜ਼ਮੀਨ ਮੇਰੀ, ਧਨ ਮੇਰਾ। ਕਿਤਨਾ ਕੁ ਚਿਰ? ਇੱਕ ਦਿਨ ਇੱਥੋਂ ਜਾਣਾ ਪੈਣਾ ਬੰਦਿਆ। ਤੇ ਜਾਣ ਵਾਸਤੇ ਕੀ ਇਕੱਠਾ ਕੀਤਾ? ਝੂਠ, ਪਾਪ, ਫਰੇਬ, ਤੇ ਕਿਤੇ ਨਾਮ ਦਾ ਧਨ ਜੋੜ ਲੈਂਦਾ, ਕਿਤੇ ਸਿਮਰਨ ਦੀਆਂ ਪੰਡਾਂ ਬੰਨ੍ਹ ਲੈਂਦਾ, ਕਿਤੇ ਨੇਕੀਆਂ ਚੰਗਿਆਈਆਂ ਦੀਆਂ ਪੰਡਾਂ ਬੰਨ੍ਹ ਲੈਂਦਾ, ਤੇ ਤੈਨੂੰ ਇਹ ਚੱਕ ਕੇ ਲਿਜਾਣੀਆਂ ਸੌਖੀਆਂ ਸੀ।
ਹੁਣ ਇੱਕ ਥੋੜ੍ਹਾ ਉਦਾਹਰਣ ਇਸ ਤਰ੍ਹਾਂ ਹੈ ਵੀ ਇੱਕ ਤੇ ਰੂੰ ਦੀ ਪੰਡ ਬੰਦੇ ਨੂੰ ਬੰਨ੍ਹ ਕੇ ਚੁਕਾ ਦਈਏ ਤੇ ਬੜਾ ਸੌਖਾ ਤੁਰੇਗਾ। ਇੱਕ ਬੰਦੇ ਨੂੰ ਇੱਟਾਂ ਦੀ ਜਾਂ ਫਿਰ ਕਹਿ ਲਓ ਵੀ ਘਾਹ ਦੀ ਪੰਡ, ਹਰੇ ਘਾਹ ਦੀ ਬੰਨ੍ਹ ਕੇ ਚੁਕਾ ਦਈਏ, ਉੱਪਰੋਂ ਘਾਹ ਗਿੱਲਾ ਹੋਵੇ। ਹੁਣ ਜਿਹਦੇ ਕੋਲੇ ਰੂੰ ਹੈ ਉਹ ਸੌਖਾ ਤੁਰੇਗਾ ਜਾਂ ਘਾਹ ਵਾਲਾ? ਪਾਪਾਂ ਦਾ ਭਾਰ ਹੈ, ਨਾਮ ਦਾ, ਚੰਗਿਆਈਆਂ ਦਾ, ਪੁੰਨ ਦਾਨ ਦਾ ਭਾਰ ਨਹੀਂ। ਇਸ ਕਰਕੇ ਨਾਮ ਜਪ, ਸੇਵਾ ਸਿਮਰਨ, ਪੁੰਨ ਦਾਨ, ਭਜਨ ਕਰ ਲੈ ਤਾਂ ਕਰਨਾ ਕੂਚ ਰਹਿਣ ਥਿਰ ਨਾਹੀ। ਇੱਕ ਦਿਨ ਜਾਣਾ ਜਗਤ ਨੂੰ, ਇਸ ਖਿਲਾਰੇ ਨੂੰ ਛੱਡ ਕੇ। ਬੜਾ ਵੱਡਾ ਖਿਲਾਰਾ ਪਸਾਰਾ ਕੀਤਾ ਹੋਇਆ, ਛੱਡਣਾ ਪਊ। ਸੰਗ ਚਲਤ ਹੈ ਹਮ ਭੀ ਚਲਨਾ। ਦੇਖ ਤੇਰੇ ਕਿੰਨੇ ਸੰਗੀ ਸਾਥੀ ਸੀ ਤੇਰੇ ਨਾਲ ਰਹਿਣ ਵਾਲੇ। ਫਰੀਦ ਸਾਹਿਬ ਨੇ ਕਿਹਾ ਨਾ, ਕਿੱਥੈ ਤੈਂਡੇ ਮਾਪਿਆਂ ਜਿੰਨੀ ਤੂੰ ਜਣੇ ਓਹੇ, ਓਏ ਤੈ ਪਾਸੋਂ ਲੱਦ ਗਏ ਭਾਵ ਚਲੇ ਗਏ। ਤੂੰ ਅਜੇ ਨਾ ਪਤੀਣ ਓਹੇ, ਤੂੰ ਹਜੇ ਨਹੀਂ ਸਮਝਿਆ। ਦਾਦਾ ਦਾਦੀ ਪੜਦਾਦੇ ਤੇਰੀਆਂ ਕੁਲਾਂ ਸਭ ਚਲੇ ਗਏ, ਜਾਣਾ ਤੂੰ ਵੀ ਹੈ। ਫਿਰ ਹੰਕਾਰ ਕਿਹੜੀ ਗੱਲ ਦਾ, ਮਾਨ ਅਭਿਮਾਨ ਕਿਹੜੀ ਗੱਲ ਦਾ। ਚੰਗਿਆਈਆਂ ਆਲਕ ਕਰੇ, ਚੰਗੇ ਗੱਲ ਵਾਸਤੇ ਆਲਸ ਕਰਦਾ ਹੈ। ਬੁਰਿਆਈਆਂ ਹੋਏ ਸ਼ੇਰ, ਕਿਸੇ ਨੂੰ ਨੀਚਾ ਦਿਖਾਉਣਾ ਹੋਵੇ, ਕਿਸੇ ਨਾਲ ਕੋਈ ਬੋਲ ਕਬੋਲ ਕਰਨੇ ਹੋਣ, ਜਾਂ ਫਿਰ ਬਾਣੀ ਕਹਿੰਦੀ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਤਾਂ ਸਤਿਗੁਰੂ ਜੀ ਸਮਝਾਉਂਦੇ ਨੇ, ਭਾਈ ਕਰਨਾ ਕੂਚ ਰਹਿਣ ਥਿਰ ਨਾਹੀ। ਸੰਗ ਚਲਤ ਹੈ ਹਮ ਭੀ ਚਲਣਾ। ਸੰਗੀ ਸਾਥੀ ਜਾ ਰਹੇ ਨੇ ਤੇ ਤੂੰ ਵੀ ਜਾਣਾ ਹੈ। ਦੂਰ ਗਵਨ ਸਿਰ ਉੱਪਰ ਮਰਨਾ। ਭਗਤ ਜੀ ਕਹਿੰਦੇ ਜਿਉਣਾ ਦੀ ਗੱਲ ਸੋਚ ਬੜੀ ਦੂਰ ਹੈ ਤੇ ਮਰਨਾ ਤੇ ਸਿਰ ਉੱਪਰ ਹੈ। ਪਤਾ ਨਹੀਂ ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਵਿਧ ਕੀਜੈ। ਕਾਲ ਅਹੇਰੀ ਭਾਵ ਸ਼ਿਕਾਰੀ ਆਪਣਾ ਨਿਸ਼ਾਨਾ ਸਾਧ ਕੇ ਤੇਰੇ ਉੱਪਰ ਫਿਰਦਾ ਹੈ। ਕਿਹੜੀ ਵਿਧ ਕਰੇਗਾ ਉਹ ਤੋਂ ਬਚਣ ਵਾਸਤੇ? ਕੋਈ ਸੋਚਿਆ? ਕੁਛ ਸੋਚ ਲੈਂਦਾ। ਦੂਰ ਗਵਨ, ਗਵਨ ਤੋਂ ਭਾਵ ਹੁੰਦਾ ਪੈਂਡਾ। ਮੁਸਾਫਰੀ ਦਾ ਰਾਹ ਬੜੀ ਦੂਰ ਹੈ ਤੇ ਮਰਨਾ ਤੇ ਸਿਰ ਉੱਪਰ ਹੈ। ਪਤਾ ਨਹੀਂ ਕਦੋਂ ਝਪਟ ਮਾਰ ਲੈਣੀ ਹੈ ਕਾਲ ਨੇ, ਕਦੋਂ ਜਿੰਦ ਕੱਢ ਕੇ ਲੈ ਜਾਣਾ, ਪਤਾ ਹੀ ਨਹੀਂ ਲੱਗਣਾ। ਆਪਣੇ ਚਾਰ ਛੁਪੇਰੇ ਬੈਠੇ ਹੋਣ ਤੇ ਜਿੰਦ ਨਿਕਲੀ ਪਤਾ ਨਹੀਂ ਲੱਗਦਾ, ਦਿਖਦੀ ਵੀ ਨਹੀਂ ਕਿਹੜੇ ਪਾਸੇ ਗਈ ਤੇ ਕਿਵੇਂ ਗਈ। ਤਾਂ ਅੱਗੇ ਭਗਤ ਜੀ ਕਹਿੰਦੇ ਨੇ, ਕਿਆ ਤੂੰ ਸੋਇਆ ਜਾਗ ਇਆਨਾ। ਇਆਨਾ ਤੋਂ ਭਾਵ ਹੈ ਅਣਜਾਣ ਮਨੁੱਖ। ਇਸ ਗੱਲ ਤੋਂ ਭਲੀ ਭਾਂਤ ਜਾਣੂ ਹੋ ਜਾ। ਇੱਕ ਦਿਨ ਤੂੰ ਜਾਣਾ, ਇਸ ਗੱਲ ਨੂੰ ਮਨ ਵਿੱਚ ਰੱਖਿਆ ਕਰ। ਤੂੰ ਤੇ ਸੁੱਤਾ ਪਿਆ, ਗਾਫਲਤਾ ਦੀ ਨੀਂਦ, ਮੈਂ ਦੀ ਨੀਂਦ, ਹਉਮੈ ਹੰਕਾਰ ਦੀ ਨੀਂਦ ਇਤਨੀ ਜ਼ਿਆਦਾ ਚੜ੍ਹੀ ਹੋਈ ਹੈ ਕਿ ਤੂੰ ਤੇ ਇਸ ਜੱਗ ਨੂੰ ਸੱਚ ਕਰ ਜਾਣ ਲਿਆ। ਕਿਆ ਤੂੰ ਸੋਇਆ, ਕਿਹੜੇ ਢੰਗ ਦੀ ਨੀਂਦ ਆਈ ਹੋਈ ਹੈ ਤੈਨੂੰ। ਜਾਗ ਇਆਨਾ, ਐ ਅਣਜਾਣ ਮਨੁੱਖ, ਬਹੁਤਾ ਅਣਜਾਣ ਨਾ ਬਣ। ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ। ਫਰੀਦ ਸਾਹਿਬ ਕਹਿੰਦੇ ਇਹਨਾਂ ਅੱਖਾਂ ਦੇ ਨਾਲ ਵੇਂਦਿਆਂ ਕਿਤਨਾ ਸੰਸਾਰ, ਫਾਨੀ ਸੰਸਾਰ ਵਿਹਲਾ ਹੋ ਗਿਆ। ਤੂੰ ਗਿਣਤੀ ਕਰ ਕਿੰਨਿਆਂ ਨੂੰ ਤੂੰ ਆਪਣੇ ਹੱਥੀਂ ਇਸ਼ਨਾਨ ਕਰਾਇਆ। ਗਿਣਤੀ ਕਰ ਸੋਚ ਕਿੰਨਿਆਂ ਨੂੰ ਤੂੰ ਆਪਣਾ ਕੰਧਾ ਦਿੱਤਾ। ਗਿਣਤੀ ਕਰ ਸੋਚ ਕਿੰਨਿਆਂ ਦੇ ਤੂੰ ਇਸ ਮੌਤ ਦੇ ਸਮੇਂ ਮਗਰ ਲੱਗ ਕੇ ਗਿਆ। ਸ਼ਮਸ਼ਾਨ ਭੂਮੀ ਤੱਕ ਸਫ਼ਰ ਕੀਤਾ ਤੇ ਉਦੋਂ ਇਹ ਦਿਨ ਯਾਦ ਆ ਜਾਂਦਾ ਵੀ ਅੱਜ ਇਹ ਗਿਆ, ਕੱਲ੍ਹ ਤੂੰ ਵੀ ਜਾਣਾ। ਪਰ ਥੋੜ੍ਹੇ ਸਮੇਂ ਬਾਅਦ ਬੰਦਾ ਫੇਰ ਭੁੱਲ ਜਾਂਦਾ ਹੈ।
ਤੇ ਭਗਤ ਜੀ ਕਹਿੰਦੇ ਨੇ, ਤੈ ਜੀਵਨ ਜਗ ਸੱਚ ਕਰ ਜਾਨਾ, ਤੈ ਜਿਉਣਾ ਵੀ ਸੱਚ ਸਮਝ ਲਿਆ ਤੇ ਇਹ ਜਾਣ ਲਿਆ ਵੀ ਇਹ ਜੋ ਕੁਝ ਹੈ ਸੱਚ ਹੈ, ਅਸਲ ਦੇ ਵਿੱਚ ਸਭ ਝੂਠ ਹੈ। ਰਹਾਉ ਦਾ ਵਿਸਰਾਮ ਦੇ ਕਹਿੰਦੇ ਨੇ, ਜਿਨ ਜਿਉ ਦੀਆ ਸੋ ਰਿਜਕ ਅੰਬਰਾਵੈ। ਭਗਤ ਜੀ ਕਹਿੰਦੇ ਨੇ, ਐ ਮਨੁੱਖ, ਜਿਸ ਪਰਮਾਤਮਾ ਨੇ ਜੀਓ ਭਾਵੇਂ ਜਿੰਦ ਦਿੱਤੀ ਹੈ, ਜਿਹੜੀ ਤੇਰੇ ਸਰੀਰ ਨੂੰ ਚਲਾ ਰਹੀ ਹੈ, ਸਰੀਰ ਦੇ ਵਿੱਚ ਜਿੰਦ ਨਾ ਹੋਵੇ ਤੇ ਸਰੀਰ ਮਿੱਟੀ ਦੀ ਢੇਰੀ ਹੈ। ਜਿਨ ਜੀਓ ਦੀਆ ਸੋ ਰਿਜਕ ਅੰਬਰਾ ਹੈ, ਤੇ ਜਿਹਨੇ ਜਿੰਦ ਦਿੱਤੀ ਹੈ ਉਹੀ ਤੈਨੂੰ ਅੰਬਰਾਵੈ ਤੋਂ ਭਾਵ ਤੈਨੂੰ ਰਿਜਕ ਪੜਾਉਂਦਾ ਹੈ, ਖਾਣ ਨੂੰ ਭੋਜਨ ਪਦਾਰਥ ਪਹੁੰਚਾ ਰਿਹਾ ਕਿਸੇ ਨਾ ਕਿਸੇ ਦੇ ਰਾਹੀਂ, ਕਿਵੇਂ ਨਾ ਕਿਵੇਂ ਤੇਰਾ ਪੇਟ ਭਰਨ ਦਾ ਉਹਨੇ ਸਾਧਨ ਇਹ ਸੰਸਾਰ ਵਿੱਚ ਬਣਾਇਆ ਹੋਇਆ। ਤੂੰ ਰੋਟੀ ਕਮਾਉਣ ਵਾਸਤੇ ਪਰਮਾਤਮਾ ਨੇ ਤੈਨੂੰ ਬੜੇ ਰਾਹ ਦਿੱਤੇ ਨੇ, ਪਰ ਤੂੰ ਸਿਰਫ ਰੋਟੀ ਹੀ ਕਮਾਉਣ ਵਿੱਚ ਸਮਾਂ ਗਵਾ ਰਿਹਾ ਹੈ। ਕੁਝ ਨਾਮ ਕਮਾ ਲੈ, ਕੁਝ ਸੇਵਾ ਸਿਮਰਨ ਕਮਾ ਲੈ, ਕੁਝ ਸਮਾਂ ਗੁਰੂ ਦੀ ਯਾਦ ਵਿੱਚ ਲੰਘਾ ਲੈ, ਤੇਰਾ ਜੀਵਨ ਸਫਲਾ ਹੋ ਜਾਏ, ਤੇਰੇ ਜੀਵਨ ਦਾ ਭਲਾ ਹੋ ਜਾਏ। 24 ਘੰਟੇ ਪਰਮਾਤਮਾ ਦੀ ਯਾਦ ਤੋਂ ਬਿਨਾਂ ਗੁਜ਼ਾਰ ਲੈਣਾ। 24 ਘੰਟਿਆਂ ਵਿੱਚੋਂ 24 ਮਿੰਟ ਵੀ ਜੇ ਗੁਰੂ ਦੀ ਯਾਦ ਵਿੱਚ ਗੁਜ਼ਾਰੇ, ਤੇਰਾ ਭਲਾ ਹੋ ਜਾਣਾ ਹੈ। ਬਹੁਤੇ ਤੇਰੇ ਬਿਜ਼ਨਸ ਨੇ, ਕੰਮ ਤੇਰੇ ਬਹੁਤੇ ਨੇ, ਤਾਂ ਫਿਰ ਕਬੀਰ ਸਾਹਿਬ ਨੇ ਤੈਨੂੰ ਛੂਟ ਬੜੀ ਦਿੱਤੀ। ਕਹਿੰਦੇ, ਏਕ ਘੜੀ ਆਧੀ ਘੜੀ, ਇੱਕ ਘੜੀ ਜਪ ਨਹੀਂ ਟਾਈਮ, ਅੱਧੀ ਘੜੀ 12 ਮਿੰਟ, ਆਧੀ ਹੁਣ ਤੇ ਆਧ 6 ਮਿੰਟ। ਭਗਤਨ ਸੇਤੀ ਗੋਸ਼ਟੇ, ਜਿਤਨਾ ਕੁ ਭਗਤੀ ਦੇ ਵਿੱਚ ਸਮਾਂ ਗੁਜ਼ਾਰੇਗਾ, ਗੋਸ਼ਟ ਪਰਮਾਤਮਾ ਦੀ ਯਾਦ ਵਿੱਚ ਵਿਚਾਰ ਕਰੇਗਾ, ਸੋ ਜੋ ਕੀਨੋ ਸੋ ਲਾਭ, ਜਿਤਨਾ ਕਰੇਗਾ ਉਤਨੇ ਦਾ ਲਾਭ ਤੈਨੂੰ ਹੋਣਾ ਹੈ, ਕਿਸੇ ਨੇ ਇਹ ਵੰਡਾ ਨਹੀਂ ਲੈਣਾ। ਫਿਰ ਭਗਤ ਜੀ ਕਹਿੰਦੇ ਨੇ, ਤੈ ਜੀਵਨ ਜਗ ਸੱਚ ਕਰ ਜਾਨਾ, ਜਿਨ ਜੀਓ ਦੀਆ ਸੋ ਰਿਜਕ ਅੰਬਰਾਵੈ। ਸਭ ਘਟ ਭੀਤਰ ਹਾਟ ਚਲਾਵੈ। ਉਹ ਪਰਮਾਤਮਾ ਨੇ ਜੇ ਸਰੀਰ ਦੇ ਵਿੱਚ ਜਿੰਦ ਟਿਕਾਈ ਹੈ ਨਾ, ਤਾਂ ਭਗਤ ਜੀ ਕਹਿੰਦੇ ਨੇ, ਭੀਤਰ ਤੋਂ ਭਾਵ ਅੰਦਰ, ਹਾਟ ਤੋਂ ਭਾਵ ਹੱਟੀ। ਕਹਿੰਦੇ ਸਾਰੇ ਸਰੀਰਾਂ ਵਿੱਚ ਬੈਠਾ ਹੋਇਆ ਉਹ ਆਪ ਰਿਜ਼ਕ ਦਾ ਆਹਾਰ ਪੈਦਾ ਕਰਦਾ। ਜਿਵੇਂ ਅਸੀਂ ਬਾਹਰੀ ਤੌਰ 'ਤੇ ਕੋਈ ਚੀਜ਼ ਲੈਣੀ ਹੈ ਨਾ, ਬਾਹਰ ਦੁਕਾਨ 'ਤੇ ਜਾਂਦੇ ਹਾਂ, ਹੱਟ 'ਤੇ ਜਾਂਦੇ ਹਾਂ, ਇਸੇ ਤਰ੍ਹਾਂ ਉਸ ਪਰਮਾਤਮਾ ਨੇ ਅੰਦਰ ਆਪਣੀ ਹੱਟ ਬਣਾਈ ਹੋਈ ਹੈ। ਉਸ ਹੱਟ ਦੇ ਵਿੱਚੋਂ ਸਵਾਸ ਵੀ ਦੇ ਰਿਹਾ ਹੈ, ਉਸ ਹੱਟ ਦੇ ਵਿੱਚੋਂ ਬੋਲਣ ਦੀ ਤਾਕਤ ਵੀ ਦੇ ਰਿਹਾ, ਉਸ ਹੱਟ ਦੇ ਵਿੱਚੋਂ ਵੇਖਣ ਦੀ ਤਾਕਤ ਵੀ ਦੇ ਰਿਹਾ, ਸੋਚਣ ਦੀ ਤਾਕਤ ਵੀ ਦੇ ਰਿਹਾ, ਸੁਣਨ ਦੀ ਤਾਕਤ ਵੀ ਦੇ ਰਿਹਾ, ਸਭ ਕੁਝ ਦੇ ਰਿਹਾ। ਪਰ ਤੈਨੇ ਕੀ ਦੇਣਾ ਉਹਨੂੰ? ਕੇਵਲ ਪ੍ਰੇਮ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਉਹਨੂੰ ਪਾ ਲਏਗਾ, ਉਹਨੂੰ ਲੱਭ ਲਏਗਾ। ਹੈ ਅੰਦਰ, ਬਾਹਰ ਢੂੰਡੈ ਸੋ ਭਰਮ ਭੁਲਾਹੀ। ਭੁਲੇਖਾ, ਬਾਹਰ ਲੱਭਣ ਦੀ ਲੋੜ ਨਹੀਂ। ਤਾਂ ਅੱਗੇ ਭਗਤ ਜੀ ਕਹਿੰਦੇ ਨੇ, ਕਰ ਬੰਦਗੀ ਛਾੜ ਮੈਂ ਮੇਰਾ। ਉਸ ਪਰਮਾਤਮਾ ਦੀ ਬੰਦਗੀ ਕਰ। ਇਹ ਮੇਰੀ ਕਰਨੀ ਛੱਡ ਦੇ। ਮੈਂ ਵੱਡਾ, ਇਹ ਸਭ ਕੁਝ ਮੇਰਾ, ਮੈਥੋਂ ਬਿਨਾਂ ਕੀ ਹੈ? ਮੈਂ ਨਾ ਹੋਵਾਂ ਫੇਰ। ਭਾਵ ਇਹ ਸਾਰੀ ਮੈਂ ਹੈ ਜਿਹੜੀ, ਇਹਨੂੰ ਤਿਆਗ ਦੇ। ਛਾੜ ਮੈਂ ਮੇਰਾ, ਮੇਰੀ ਨੂੰ ਛੱਡ ਦੇ। ਸਭ ਤੋਂ ਵੱਡਾ ਰੋਗ ਹੀ ਇਹ ਹਉਮੈ ਦਾ, ਮੈਂ ਬਸ, ਇਹ ਸਭ ਤੋਂ ਵੱਡਾ ਰੋਗ ਹੈ। ਇਹਨੂੰ ਛੱਡ। ਤਾਂ ਭਗਤ ਜੀ ਅੱਗੇ ਕਹਿੰਦੇ ਨੇ, ਹਿਰਦੈ ਨਾਮ ਸਮਾਰ ਸਵੇਰਾ। ਸਵੇਰੇ ਤੋਂ ਭਾਵ ਸੁਵਖਤੇ, ਵੇਲੇ ਸਿਰ, ਅੰਮ੍ਰਿਤ ਵੇਲੇ। ਕਹਿੰਦੇ ਹਿਰਦੈ ਨਾਮ, ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਕਰ, ਜਪਿਆ ਕਰ ਰਸਨਾ ਤੋਂ। ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਜਾਗ ਆ ਜਾਂਦੀ ਹੈ ਨਾ, ਕਈ ਵਾਰ ਜਦੋਂ ਸਰੀਰ ਥੋੜ੍ਹਾ ਵਡੇਰਾ ਹੋ ਜਾਂਦਾ, ਜਿਤਨਾ ਕੁ ਚਿਰ ਨੀਂਦ ਆ ਜਾਂਦੀ ਹੈ, ਜਦੋਂ ਅੱਖ ਖੁੱਲ੍ਹੇ ਫਿਰ ਦੁਬਾਰਾ ਨੀਂਦ ਨਹੀਂ ਆਉਂਦੀ। ਫਿਰ ਕੀ ਹੁੰਦਾ? ਬੰਦਾ ਆਪਣੀ
ਅਤੀਤ 'ਚ ਚਲਾ ਜਾਂਦਾ ਹੈ, ਆਪਣੇ ਪਿਛੋਕੜ ਵਿੱਚ ਚਲਾ ਜਾਂਦਾ ਹੈ। ਪਹਿਲਾਂ ਕੀ ਕੀਤਾ, ਕਿਵੇਂ ਸਮਾਂ ਸੀ, ਕਿਵੇਂ ਮੈਂ ਪਰਿਵਾਰ ਜੋੜਿਆ, ਕਿਵੇਂ ਘਰ ਜੋੜਿਆ, ਕਿਵੇਂ ਧਨ ਜੋੜਿਆ, ਅੱਗੇ ਕੀ ਬਣੂੰਗਾ, ਕਿਵੇਂ ਬਣੂ, ਇਸ ਤਰ੍ਹਾਂ ਦੇ ਵਿਚਾਰਾਂ ਵਿੱਚ ਡੁੱਬ ਜਾਂਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਜਦੋਂ ਅੱਖ ਖੁੱਲ੍ਹ ਗਈ ਨਾ, ਫਿਰ ਅਤੀਤ ਵਿੱਚ ਨਾ ਜਾ, ਉਸ ਪਰਮਾਤਮਾ ਦੀ ਯਾਦ ਵਿੱਚ ਜੁੜ ਜਾ। ਜ਼ਰੂਰੀ ਨਹੀਂ ਵੀ ਇਸ਼ਨਾਨ ਨਹੀਂ ਕੀਤਾ ਤੇ ਵਾਹਿਗੁਰੂ ਨਹੀਂ ਕਹਿਣਾ। ਤੇ ਕਈ ਵਾਰ ਕੀ ਹੁੰਦਾ, ਸਾਡੇ ਤੇ ਕੋਈ ਵਿਪਤਾ ਬਣ ਜਾਏ ਨਾ, ਉਦੋਂ ਫਿਰ ਅਸੀਂ ਇਹ ਵੇਖਦੇ ਹਾਂ ਵੀ ਇਸ਼ਨਾਨ ਕੀਤਾ ਕਿ ਨਹੀਂ ਕੀਤਾ, ਫਿਰ ਆਪਣੇ ਆਪ ਸੁਤੇ ਸੁਭਾਅ ਹੀ ਵਾਹਿਗੁਰੂ 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 ਚੱਲ ਪੈਂਦਾ ਵੀ ਹੁਣ ਤਾਂ ਤੂੰ ਬਚਾਏਂਗਾ, ਕੋਈ ਵਿਪਤਾ ਪੈ ਜੇ। ਤੇ ਇਸ ਕਰਕੇ ਸੁੱਤਿਆਂ ਪਿਆਂ ਅੱਖ ਖੁੱਲ੍ਹ ਗਈ ਤੇ ਵਾਹਿਗੁਰੂ ਵਾਹਿਗੁਰੂ ਜਪਿਆ ਕਰ, ਮੂਲ ਮੰਤਰ ਦਾ ਪਾਠ ਕਰਿਆ ਕਰ। ਵੇਲੇ ਸਿਰ ਸਵਖਤੇ ਜਾਗਣ ਦੀ ਆਦਤ ਪਾ ਲੈ। ਜਿਹੜੀ ਇਹ 8 ਵਜੇ 7 ਵਜੇ ਜਾਗਣ ਦੀ ਆਦਤ ਹੈ ਨਾ, ਇਹ ਤੇਰੇ ਵਾਸਤੇ ਬਹੁਤ ਵੱਡਾ ਸਮਝੋ ਇੱਕ ਉਲਝਣ ਤਾਣੀ ਬਣੀ ਹੋਈ ਹੈ। ਇਸ ਉਲਝਣ ਦੇ ਵਿੱਚੋਂ ਆਲਸ ਦੇ ਜੁੱਲੜ ਨੂੰ ਲਾਹ ਕੇ ਹੀ ਨਿਕਲ ਸਕਦਾ ਹੈ। ਜਿੰਨਾ ਚਿਰ ਆਲਸ ਵਾਲਾ ਜੁੱਲੜ ਨਹੀਂ ਲਾਹੇਗਾ, ਓਨਾ ਚਿਰ ਤੂੰ ਬਾਣੀ ਤੇ ਬਾਣੇ ਸਿਮਰਨ ਦੇ ਵਿੱਚ ਨਹੀਂ ਜੁੜ ਸਕਦਾ। ਜੁੜਨ ਵਾਲੇ ਤੇ ਆਪਣੀਆਂ ਮੰਜ਼ਲਾਂ ਤੋਂ ਦੂਰੋਂ ਨੇੜੇ ਕਰ ਲੈਂਦੇ ਨੇ। ਜਿਨ੍ਹਾਂ ਨੂੰ ਚਾਅ ਹੈ ਗੁਰੂ ਬਾਣੀ ਦਾ, ਜਿਨ੍ਹਾਂ ਨੂੰ ਚਾਅ ਹੈ ਸੇਵਾ ਸਿਮਰਨ ਦਾ, ਉਹ ਦੂਰੋਂ ਵੀ ਆ ਜਾਂਦੇ ਨੇ। ਜਿਹਨੂੰ ਨਹੀਂ ਚਾਅ, ਉਹ ਨੇੜੇ ਬੈਠੇ ਵੀ ਦੂਰ ਨੇ। ਮੈਂ ਪਹਿਲਾਂ ਵੀ ਕਹਿਣਾ ਹੁੰਦਾ ਨਾ, ਅਕਸਰ ਸਾਡੇ ਆਪਦੇ ਪਰਿਵਾਰ ਗੁਰੂ ਘਰਾਂ 'ਚ ਰਹਿਣ ਵਾਲੇ ਵੀ ਇਸ ਚੀਜ਼ ਦਾ ਲਾਹਾ ਨਹੀਂ ਲੈਂਦੇ ਵੀ ਪ੍ਰਮਾਤਮਾ ਨੇ ਸਾਨੂੰ ਸਮਾਂ ਬਖਸ਼ਿਆ, ਆਪਣੀ ਗੋਦ ਬਖਸ਼ੀ ਹੈ, ਸਿਮਰ ਲਈਏ, ਉਹਨੂੰ ਯਾਦ ਕਰ ਲਈਏ, ਬਾਣੀ ਪੜ੍ਹ ਲਈਏ। ਨਹੀਂ, ਆਪਾਂ ਨੇ ਕੀ ਲੈਣਾ। ਪੜ੍ਹਨ ਵਾਸਤੇ ਇੱਕ ਨੂੰ ਪੈਸੇ ਮਿਲਦੇ ਆ, ਸਾਰਿਆਂ ਨੂੰ ਨਹੀਂ। ਉਹ ਪੜ੍ਹੇ, ਦੂਜੇ ਨੇ ਕੀ ਪੜ੍ਹਨਾ ਹੈ। ਇਹ ਸਾਡੀ ਸੋਚ ਹੈ। ਤੇ ਸੰਗਤ ਜੀ, ਜਿਸ ਦਿਨ ਇਹ ਸੋਚ ਨਿਕਲ ਗਈ, ਉਸ ਦਿਨ ਗੁਰੂ ਪਰਮਾਤਮਾ ਸਭ ਦੀ ਨਿਗਾਹ ਵਿੱਚ ਆਪੇ ਚੰਗੇ ਮਾੜੇ ਕਰਕੇ ਇੱਕ ਦਿਨ ਨਿਖਾਰ ਕਰਕੇ ਰੱਖ ਦਿੰਦਾ ਹੈ। ਤਾਂ ਰਹੋ ਵਿਚਾਰ। ਗੁਰੂ ਸਾਹਿਬ ਕਹਿੰਦੇ, ਕਰ ਬੰਦਗੀ ਛਾੜ ਮੈਂ ਮੇਰਾ, ਹਿਰਦੈ ਨਾਮ ਸਮਾਰ ਸਵੇਰਾ, ਜਨਮ ਸਿਰਾਨੋ ਪੰਥ ਨਾ ਸਮਾਰਹਾ। ਭਗਤ ਜੀ ਕਹਿੰਦੇ ਨੇ, ਉਮਰ ਮੁੱਕਣ 'ਤੇ ਆ ਗਈ, ਪਰ ਤੂੰ ਆਪਣਾ ਰਾਹ ਸੁਚੱਜਾ ਨਹੀਂ ਬਣਾਇਆ। ਪੰਥ ਤੋਂ ਭਾਵ ਹੁੰਦਾ ਰਸਤਾ। ਇਹ ਰਾਹ ਨੂੰ ਨਹੀਂ ਸਵਾਰਿਆ। ਹੁਣ ਇੱਕ ਆਪਾਂ ਰਾਹ ਦੇ ਵਿੱਚ ਰੋਜ਼ ਲੰਘਣਾ ਹੈ, ਉਸ ਰਾਹ ਵਿੱਚ ਉਖਲੀਆਂ ਹੋਣ ਤੇ ਆਪਾਂ ਰਾਤ ਨੂੰ ਉਸ ਰਾਹ ਦਾ ਸਫ਼ਰ ਨਹੀਂ ਕਰਦੇ। ਪਤਾ ਵੀ ਰਸਤਾ ਖਰਾਬ ਹੈ, ਇਸ ਰਸਤੇ ਜਾਣਾ ਵਧੀਆ ਨਹੀਂ, 2 ਕਿਲੋਮੀਟਰ ਵੱਧ ਪੈ ਜਾਏਗਾ, ਪਰ ਰਾਹ ਸਾਫ਼ ਹੋਣਾ ਚਾਹੀਦਾ, ਵਧੀਆ ਰੋਡ ਹੋਵੇ, ਉਹ ਰਾਹ ਠੀਕ ਲੱਗਦਾ ਹੈ। ਇਸੇ ਤਰ੍ਹਾਂ ਤੇਰੇ ਜੀਵਨ ਦਾ ਰਾਹ ਹੈ। ਤੂੰ ਰੋਜ਼ ਇਸ ਜੀਵਨ ਦੇ ਵਿੱਚ ਜਿੰਦ ਨੂੰ ਚਲਾ ਰਿਹਾ ਹੈ ਤੇ ਆਪਣੇ ਜੀਵਨ ਦਾ ਰਾਹ ਪੱਧਰਾ ਨਹੀਂ ਕੀਤਾ, ਸਾਫ਼ ਨਹੀਂ ਕੀਤਾ। ਜਿਹੜੇ ਰਸਤੇ ਤੂੰ ਜਾਣਾ ਨਾ, ਉਹ ਰਾਹ ਠੀਕ ਨਹੀਂ ਕੀਤਾ। ਉਹ ਰਾਹ ਕਿਵੇਂ ਠੀਕ ਹੋਵੇਗਾ? ਖੱਡੇ ਬਹੁਤ ਨੇ ਵਿਕਾਰਾਂ ਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਖੱਡੇ ਨੇ। ਕਾਹਦੇ ਨਾਲ ਭਰਾ? ਸਤ ਸੰਤੋਖ ਦਇਆ ਧਰਮ ਧੀਰਜ ਦੀ ਮਿੱਟੀ ਪਾ, ਤੇ ਉਹ ਬੁਰਾਈਆਂ ਵਾਲੇ ਖੱਡੇ ਭਰ ਜਾਣੇ ਨੇ, ਰਾਹ ਸਾਫ਼ ਹੋ ਜਾਣਾ ਹੈ। ਫਿਰ ਤੂੰ ਆਪਣੇ ਨਾਮ ਰੂਪੀ ਜਿਹੜੀ ਪੰਡ ਬੰਨ੍ਹੀ ਹੈ ਨਾ ਚੰਗਿਆਈਆਂ ਦੀ, ਉਹ ਪੰਡ ਚੱਕ ਕੇ ਤੁਰਨਾ ਸੌਖਾ ਹੋ ਜਾਣਾ ਹੈ। ਤੇ ਜੇ ਪੰਡ ਬੁਰਾਈਆਂ ਦੀ ਬੰਨ੍ਹੀ ਹੈ ਤੇ ਫਿਰ ਉਹ ਰਸਤੇ ਦੇ ਖੱਡਿਆਂ ਦੇ ਵਿੱਚ ਦੀ ਜਾਣਾ ਪਏਗਾ। ਕਿਉਂ? ਆਪਣਾ ਜੀਵਨ ਨਹੀਂ ਸਫਲਾ ਕੀਤਾ। ਘੜੀ ਹੈ ਸ਼ਬਦ ਸੱਚੀ ਟਕਸਾਲ, ਆਪਣੇ ਜੀਵਨ ਨੂੰ ਸ਼ਬਦ ਦੀ ਟਕਸਾਲ ਵਿੱਚ ਘੜਨਾ। ਪਰ ਤੂੰ ਤੇ ਸ਼ਬਦ ਤੋਂ ਬੜੀ ਦੂਰ ਹੈ। ਸ਼ਬਦ ਨਾਲ ਆਪਣਾ ਸੰਬੰਧ ਹੀ ਨਹੀਂ ਜੋੜਿਆ। ਸੋ ਅੰਤਿਮ ਪੰਕਤੀਆਂ ਵਿੱਚ ਭਗਤ ਜੀ ਸਮਝਾਉਂਦੇ ਨੇ, ਆਓ ਅਰਦਾਸ ਦਾ ਸਮਾਂ ਹੋ ਗਿਆ ਹੈ। ਅੰਤਿਮ ਪੰਕਤੀਆਂ ਵਿੱਚ ਕਹਿ ਰਹੇ ਨੇ, ਜਨਮ ਸਿਰਾਨੋ ਪੰਥ ਨਾ ਸਮਾਰਾ। ਜਨਮ ਮਿਲਿਆ ਪਰ ਪੰਥ ਆਪਣਾ ਰਾਹ ਠੀਕ ਨਹੀਂ ਕੀਤਾ। ਸਾਂਝ ਪਰੀ ਦਹਿ ਦਿਸ ਅੰਧਿਆਰਾ। ਜਦੋਂ ਸ਼ਾਮ ਹੋ ਜਾਂਦੀ ਆ ਨਾ, 4 ਛੁਪੇਰੇ ਹਨੇਰਾ ਹੀ ਹਨੇਰਾ, ਹਨੇਰਾ ਹੋ ਜਾਂਦਾ ਹੈ।
ਇਸੇ ਤਰ੍ਹਾਂ ਜਦੋਂ ਬੁਢੇਪਾ ਆ ਜਾਂਦਾ, ਅੱਖਾਂ ਖਤਮ ਹੋ ਜਾਣ, ਅੱਖਾਂ ਜਵਾਬ ਦੇ ਜਾਣ, ਤੇ ਚਾਰ ਸਪੇਰੇ ਹਨੇਰਾ ਹੀ ਹਨੇਰਾ। ਇੱਕ ਗੱਲ ਹੋਰ, ਜਦੋਂ ਜੀਵਨ ਦੇ ਵਿੱਚ ਕੋਈ ਬੁਰਾ ਵਕਤ ਆ ਜਾਏ, ਕੋਈ ਬਾਂਹ ਨਾ ਫੜੇ, ਕੋਈ ਨਾਲ ਨਾ ਤੁਰੇ, ਸਾਰੇ ਰਾਹ ਬੰਦ ਹੋ ਜਾਣ, ਉਦੋਂ ਵੀ ਜੀਵਨ ਵਿੱਚ ਹਨੇਰਾ। ਆਖੋ ਸਤਨਾਮ ਸ੍ਰੀ ਪਾਤਸ਼ਾਹ ਕਿਰਪਾ ਕਰਿਓ ਐਸਾ ਸਮਾਂ ਨਾ ਆਵੇ। ਤਾਂ ਸਤਿਗੁਰੂ ਜੀ ਕਹਿੰਦੇ ਨੇ, ਸਾਂਝ ਭਰੀ ਸ਼ਾਮ ਹੁੰਦਿਆਂ ਦਹਿ ਦਿਸ ਅੰਧਿਆਰਾ, ਦਸਾਂ ਦਿਸ਼ਾਂ ਦੇ ਵਿੱਚ ਚਾਰ ਛੁਪੇਰੇ, ਜਿੱਧਰ ਵੀ ਝਾਕੇਗਾ ਹਨੇਰਾ ਹੀ ਹਨੇਰਾ ਹੈ। ਤਾਂ ਫਿਰ ਅੱਗੇ ਕਹਿੰਦੇ ਨੇ, ਕਹਿ ਰਵਿਦਾਸ ਨਿਦਾਨ ਦੀਵਾਨੇ, ਕਹਿ ਭਾਵ ਆਖਦਾ ਏ, ਨਿਦਾਨ ਤੋਂ ਭਾਵ ਓੜਕ ਅੰਤ ਨੂੰ ਦੀਵਾਨੇ। ਇਹ ਕਮਲੇ ਬੰਦੇ ਗੱਲ ਸੁਣ। ਰਵਿਦਾਸ ਆਖਦਾ, ਕਮਲੇ ਮਨੁੱਖ ਮੇਰੀ ਗੱਲ ਨੂੰ ਸੁਣ, ਮੈਂ ਤੈਨੂੰ ਸਾਰੀ ਤੇਰੇ ਜੀਵਨ ਦੀ ਵਿਚਾਰ ਸਮਝਾ ਦਿੱਤੀ। ਅੱਗੇ ਤੂੰ ਸਮਝਣਾ ਨਾ ਸਮਝਣਾ, ਮੰਨਣਾ ਨਾ ਮੰਨਣਾ, ਤੇਰੇ ਆਪਣੇ ਇਖਤਿਆਰ ਹੈ, ਤੇਰੇ ਆਪਣੇ ਵੱਸ ਵਿੱਚ ਹੈ। ਤਾਂ ਅੱਗੇ ਫਿਰ ਕਹਿੰਦੇ ਨੇ, ਚੇਤਸ ਨਾਹੀ ਦੁਨੀਆ ਫਨ ਖਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਅੰਤਿਮ ਪੰਕਤੀ ਵਿੱਚ ਕਹਿੰਦੇ, ਤੂੰ ਪ੍ਰਭੂ ਨੂੰ ਯਾਦ ਨਹੀਂ ਕਰਦਾ। ਦੁਨੀਆ ਜਿਸ ਦੇ ਨਾਲ ਤੂੰ ਮਨ ਜੋੜੀ ਬੈਠਾ ਨਾ, ਅੰਤ ਨੂੰ ਇਹ ਸਭ ਕੁਝ ਨਾਸ ਹੋ ਜਾਣਾ ਹੈ। ਪਹਿਲਾਂ ਵੀ ਕਈ ਵਾਰ ਨਾਸ ਹੋ ਗਿਆ ਇਹ ਸਭ ਕੁਝ, ਬਾਣੀ ਵਿੱਚ ਲਿਖ ਕੇ ਦਿੱਤਾ। ਕਈ ਵਾਰ ਪਸਰਿਓ ਪਸਾਰਾ, ਜੋ ਵੀ ਇਹ ਪਸਾਰਾ ਖਿਲਾਰਾ ਵੇਖਦਾ ਨਾ, ਇਹ ਕਈ ਵਾਰ ਪਰਮਾਤਮਾ ਨੇ ਸਭ ਕੁਝ ਮਿਟਾ ਦਿੱਤਾ, ਤੇ ਕਈ ਵਾਰ ਇਹ ਫਿਰ ਬਣਾ ਦਿੱਤਾ। ਇਹ ਪਰਮਾਤਮਾ ਦਾ ਆਪਣਾ ਮਨ ਹੈ, ਆਪਣੀ ਖੇਡ ਹੈ, ਆਪਣੀ ਮੌਜ ਹੈ। ਬੜੀ ਵਾਰ ਇਹ ਜਗਤ ਨੂੰ ਬਣਾਉਂਦਾ, ਬੜੀ ਵਾਰ ਮਿਟਾ ਦਿੰਦਾ ਹੈ। ਆਪਾਂ ਕਹਿੰਦੇ ਹਾਂ ਪਰਲੋ ਆ ਗਈ, ਪਰਲੋ ਤੋਂ ਭਾਵ ਜਗਤ ਦਾ ਖਤਮ ਹੋਣਾ, ਮਿਟ ਜਾਣਾ। ਤੇ ਕਈ ਥਾਵਾਂ ਤੇ ਕਈ ਦੇਸ਼ਾਂ ਵਿੱਚ ਪਰਲੋ ਆਈ। ਇੱਕ ਦੇਸ਼ ਨੇ ਹੁਣ ਮੰਗ ਕੀਤੀ ਹੈ ਵੀ 22 ਲੱਖ ਰੁਪਏ ਮਹੀਨੇ ਦਾ ਸਾਡੇ ਤੋਂ ਲਓ ਤੇ ਸਾਡੇ ਦੇਸ਼ ਦੇ ਵਸਨੀਕ ਬਣੋ। ਉੱਥੇ ਪਰਲੋ ਆਈ, ਖਤਮ ਹੋਇਆ, ਲੜਾਈ ਲੱਗੀ, ਬੜਾ ਸਮਾਂ ਲੜਾਈ ਚੱਲਦੀ ਰਹੀ। ਤੇ ਉਹਨਾਂ ਦੀ ਮੰਗ ਹੈ ਕੋਈ ਆਵੇ ਸਾਡੇ ਇਸ ਦੇਸ਼ ਵਿੱਚ ਵਸੇ ਤੇ ਅਸੀਂ ਘਰ ਮਕਾਨ ਸਭ ਕੁਝ ਦੇਵਾਂਗੇ। ਤੇ ਸੰਗਤ ਜੀ, ਇਸ ਤਰ੍ਹਾਂ ਜਦੋਂ ਜਗਤ ਵਿੱਚ ਪਰਮਾਤਮਾ ਕਿਤੇ ਵੀ ਆਪਣੀ ਖੇਡ ਖਿਡਾਉਂਦਾ, ਪਰਲੋ ਆਉਂਦੀ ਹੈ, ਫਿਰ ਸਭ ਕੁਝ ਮਿਟ ਜਾਂਦਾ ਹੈ। ਤੇ ਇੱਕ ਦਿਨ ਮਿਟਣਾ ਸਭ ਨੇ ਹੈ, ਸਭ ਕੁਝ ਮਿਟ ਜਾਣਾ। ਫਿਰ ਜੀਵਨ ਦੇ ਵਿੱਚ ਇੱਕ ਪੱਕਾ ਨੇਮ ਤੇ ਟਾਈਮ ਗੁਰੂ ਦਾ ਜ਼ਰੂਰ ਬਣਾਓ, ਨਾਮ ਸਿਮਰਨ ਵਾਸਤੇ ਜ਼ਰੂਰ ਬਣਾਓ। ਤੇ ਜਦੋਂ ਨਾਮ ਜਪਣਾ ਨਾ, ਉਦੋਂ ਧਿਆਨ ਨਾਮ ਦੇ ਵਿੱਚ ਹੀ ਹੋਵੇ, ਸੇਵਾ ਤੇ ਸਿਮਰਨ ਦੇ ਵਿੱਚ ਹੀ ਹੋਵੇ। ਉਦੋਂ ਸਾਰੇ ਹੋਰ ਧਿਆਨ ਨੇ ਜਿਹੜੇ ਛੱਡ ਦੇਣੇ ਚਾਹੀਦੇ ਨੇ। ਤੇ ਸੰਗਤ ਜੀ ਆਓ, ਅਰਦਾਸ ਬੇਨਤੀ ਦਾ ਸਮਾਂ ਹੋਇਆ। ਗੁਰੂ ਅਤੇ ਸੰਗਤ ਬਖਸ਼ਣ ਯੋਗ ਸਾਰੇ ਹੀ ਗੁਰੂ ਦੇ ਪਿਆਰ ਵਾਲਿਓ, ਜੋ ਅੰਮ੍ਰਿਤ ਵੇਲੇ ਜਾਗ ਕੇ ਸਮੇਂ ਦਾ ਲਾਹਾ ਲੈਂਦੇ ਹੋ, ਗੁਰਬਾਣੀ ਪੜ੍ਹ ਸੁਣ ਕੇ ਸੇਵਾ ਅਤੇ ਸਿਮਰਨ ਕਰਕੇ ਆਪਣਾ ਮਨੁੱਖਾ ਜੀਵਨ ਸਫਲਾ ਬਣਾਉਣ ਦਾ ਸਫਲ ਯਤਨ ਕਰਦੇ ਹੋ, ਗੁਰੂ ਸਾਹਿਬ ਅੱਗੇ ਅਰਦਾਸ ਹੈ, ਪਾਤਸ਼ਾਹ ਸਭ ਦੇ ਉੱਪਰ ਆਪਣੀ ਮਿਹਰ ਕਿਰਪਾ ਬਣਾ ਕੇ ਰੱਖੀ। ਇਸੇ ਤਰ੍ਹਾਂ ਸਾਨੂੰ ਆਪ ਜੀ ਦੇ ਚਰਨਾਂ ਕਮਲਾਂ ਦਾ ਪ੍ਰੇਮ ਬਖਸ਼ ਕੇ ਨਦਰੀ ਨਦਰ ਨਿਹਾਲ ਕਰਿਓ। ਸਾਡੇ ਅੰਦਰ ਪ੍ਰੇਮ ਭਾਵ ਪੈਦਾ ਹੋ ਜਾਏ। ਪਾਤਸ਼ਾਹ ਤੁਹਾਡੀ ਨਦਰ ਸਾਡੇ ਸਾਰੇ ਹੀ ਪਰਿਵਾਰ ਤੇ ਨਗਰ ਖੇੜੇ ਤੇ ਇਸੇ ਤਰ੍ਹਾਂ ਬਣੀ ਰਹੇ ਤੇ ਆਪ ਜੀ ਦੀ ਨਦਰ ਵਿੱਚ ਅਸੀਂ ਚੰਗੇ ਹੋਈਏ। ਪਾਤਸ਼ਾਹ ਬਾਕੀ ਨਿਗਾਹਾਂ ਤੇ ਔਗਣ ਲੱਭਦੀਆਂ ਨੇ ਤੇ ਸੱਚੇ ਪਾਤਸ਼ਾਹ ਔਗਣਾਂ ਤੋਂ ਬਚਾ ਕੇ ਗੁਣਾਂ ਦੀ ਦਾਤ ਬਖਸ਼ਿਓ। ਸੋ ਆਓ ਸਾਰੇ ਹਾਜ਼ਰੀ ਲਵਾਈਏ। ਵਾਹਿਗੁਰੂ।